ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਜੀਰਨ ਬਨਹਿ ਬਿਨਾਸ਼ੀ ਹੋਈ, ਸਭ ਕੇ ਰਿਧਿ ਬਿਦਤ ਦ੍ਰਿਗ ਜੋਈ। ਜੀਰਨ ਬਨਹਿ ਬਿਨਾਸ਼ੀ ਹੋਈ, ਸਭ ਕੀ ਰਿਧਿ ਬਿਦਤ ਦ੍ਰਿਗ ਜੋਈ। ਸਤਨਾਮ ਸ੍ਰੀ ਵਾਹਿਗੁਰੂ ਜੀ। ਭੂਲ ਜੋ ਚੂਕ ਪਈ ਅਮਤੇ, ਗੁਰ ਕਿੰਕਰ ਸੋ ਤੁਮ ਤੇ ਬਖਸ਼ਾਵਤ। ਲਾਜ ਰਖੋ ਨਿਜ ਨਾਮੈ ਕੀ, ਸਿੱਖ ਮੈਂ ਤੁਮਰੋ ਜਾਹੇ ਜਗ ਮਾਹਿ ਗਾਵਤ। ਤੋਬਕ ਸੰਦ ਸਦਾ ਸੁਖਦਾਇਕ, ਮੋਹ ਮਨ ਨਾਏ ਬਿਖੈ ਛੁਟਕਾਵਤ। ਲੋਹ ਤੇ ਮਰੰਡ ਤੇ ਚੰਦਨ, ਮਾਨੁਖ ਤੇ ਸੁਰ ਤੋਈ ਬਨਾਵਤ। ਏਕੰਕਾਰ ਸਤਿਗੁਰ ਤੇ ਪ੍ਰਸਾਦ ਸੱਚ ਹੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜੇ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ। ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਗਾਗਰ ਕਰਨ ਦੀ ਖੇਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾਬੰਧੂ ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ, ਜਦੋਂ ਭਾਈ ਡੱਲਾ ਚੌਧਰੀ ਜੀ ਦੀਨ ਦੁਨੀਆ ਦੇ ਮਾਲਕ ਨੂੰ ਆਪਣੇ ਇਲਾਕੇ ਦੇ ਵਿੱਚ ਲੈ ਕਰਕੇ ਪਹੁੰਚੇ, ਉਸ ਸਮੇਂ ਭਾਈ ਡੱਲਾ ਜੀ ਨੇ ਬੇਨਤੀ ਕੀਤੀ, ਮਹਾਰਾਜ ਮੈਂ ਆਪ ਦਾ ਜਿਹੜਾ ਡੇਰਾ ਕਿਲ੍ਹੇ ਦੇ ਅੰਦਰ ਕਰਵਾਉਣਾ ਚਾਹੁੰਦਾ ਹਾਂ, ਉੱਥੇ ਸਾਰੀਆਂ ਜਿਹੜੀਆਂ ਸਹੂਲਤਾਂ ਆਪ ਜੀ ਨੂੰ ਪ੍ਰਾਪਤ ਹੋ ਜਾਣੀਆਂ ਹਨ। ਪਰ ਸੁਣ ਕੇ ਸਤਿਗੁਰੂ ਜੀ ਕਹਿ ਲੱਗੇ, ਭਾਈ ਡੱਲਾ ਜੀ ਹੁਣ ਕਿਲ੍ਹਿਆਂ ਦੇ ਅੰਦਰ ਜਾਣ ਦੀ ਸਾਡੀ ਤਮੰਨਾ ਹੀ ਖਤਮ ਹੋ ਚੁੱਕੀ ਹੈ। ਅਸੀਂ ਆਪਣੇ ਜਿਹੜੇ ਡੇਰੇ ਇਹ ਤੇਰੇ ਕਿਲ੍ਹੇ ਦੇ ਨੇੜੇ ਹੀ ਲਗਾ ਲੈਣੇ ਹਨ। ਜਿੱਥੇ ਵੀ ਕਿਸੇ ਨੂੰ ਜਗ੍ਹਾ ਮਿਲੀ, ਯੋਧਿਆਂ ਸੂਰਮਿਆਂ ਬਹਾਦਰਾਂ ਨੇ, ਇਸੇ ਤਰ੍ਹਾਂ ਜਿਹੜੇ ਬਹਿਰਾੜ ਸਤਿਗੁਰੂ ਜੀ ਨੇ ਆਪਣੇ ਪਾਸ ਨੌਕਰ ਰੱਖੇ ਹੋਏ ਸੀ, ਇਹਨਾਂ ਨੇ ਆਪੋ ਆਪਣੇ ਜਿਹੜੇ ਤੰਬੂ ਲਾਈਨਾਂ ਦੇ ਵਿੱਚ ਲਗਾਤੇ। ਕਿੱਲੇ ਗੱਡ ਕਰਕੇ ਸਾਰਿਆਂ ਨੇ ਆਪੋ ਆਪਣੇ ਘੋੜੇ ਬੰਨ੍ਹ ਦਿੱਤੇ ਸੀ। ਭਾਈ ਡੱਲਾ ਚੌਧਰੀ ਹੁਣ ਬੜੇ ਪ੍ਰੇਮ ਦੇ ਨਾਲ ਸਤਿਗੁਰੂ ਜੀ ਦੀ ਸੇਵਾ ਕਰਨ ਲੱਗ ਪਿਆ। ਉਧਰੋਂ ਦਿੱਲੀ ਸ਼ਹਿਰ ਦੇ ਵਿੱਚ ਖਬਰ ਮਾਤਾਵਾਂ ਦੇ ਪਾਸ ਪੁੱਜੀ ਵੀ ਇਸ ਵਕਤ ਦਸ਼ਮੇਸ਼ ਪਿਤਾ ਨੇ ਆਪਣੇ ਜਿਹੜੇ ਡੇਰੇ ਸਾਬੋ ਕੀ ਤਲਵੰਡੀ ਦੇ ਵਿੱਚ ਲਗਾਏ ਹੋਏ ਹਨ। ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਦੇਵਾ
ਇਹ ਵੀ ਗੁਰ ਸਿੱਖਾਂ ਦੇ ਨਾਲ ਚੱਲ ਕਰਕੇ ਜਦੋਂ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਆ ਕਰਕੇ ਮੱਥਾ ਟੇਕਿਆ, ਮਾਤਾਵਾਂ ਨੇ ਦੇਖਿਆ ਵੀ ਹੋਰ ਤਾਂ ਜ਼ੋਦੇ ਸੂਰਮੇ ਸਾਤਰ ਬਾਤਰ ਸਜਾ ਕਰਕੇ ਬੈਠੇ ਹਨ, ਪਰ ਸਾਡੇ ਸੋਹਣੇ ਲਾਲ ਤਾਂ ਕਿਤੇ ਨਜ਼ਰ ਨਹੀਂ ਆਉਂਦੇ ਹਨ। ਇਹਨਾਂ ਦੇ ਮਨ ਦੇ ਵਿੱਚ ਬੜਾ ਬੈਰਾਗ ਵੀ ਭਰ ਚੁੱਕਿਆ ਸੀ। ਉਸ ਸਮੇਂ ਦਸ਼ਮੇਸ਼ ਪਿਤਾ ਨੇ ਆਪਣੇ ਵੱਲੋਂ ਬਚਨ ਕਰਦਿਆਂ ਹੋਇਆਂ ਸਮਝਾਇਆ, ਇਨ ਪੁੱਤਰਨ ਕੇ ਸੇਸ ਪਰ ਬਾਰ ਦੀਏ ਸੁਤ ਚਾਰ ਮੂਏ ਤੋਂ ਕਿਆ ਹੁਆ। ਜੀਵਤ ਕਈ ਹਜ਼ਾਰ ਵੀ ਇੱਥੇ ਤਾਂ ਮੇਰੇ ਲਾਡਲੇ ਪਿਆਰੇ ਪੁੱਤਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੈਠੇ ਹਨ। ਸੁਣ ਕਰਕੇ ਮਾਤਾਵਾਂ ਦੇ ਮਨ ਦੇ ਵਿੱਚ ਵੀ ਧੀਰਜ ਪੈਦਾ ਹੋ ਗਿਆ। ਉਸ ਸਮੇਂ ਸਰਬਗੰਤਰ ਜਾਮੀ ਸਤਿਗੁਰੂ ਜੀ ਸਮਝਾਉਣ ਲੱਗੇ ਵੀ ਜਿਹੜਾ ਇਹ ਦੁਨੀਆ ਦੇ ਵਿੱਚ ਪੈਦਾ ਹੋਇਆ ਉਹਨੂੰ ਇੱਕ ਦਿਨ ਜ਼ਰੂਰ ਜਾਣਾ ਹੀ ਪਊਗਾ। ਕਿਸੇ ਨੂੰ 4 ਦਿਨ ਅੱਗੋਂ, ਕਿਸੇ ਨੂੰ 4 ਦਿਨ ਪਿੱਛੋਂ ਜਦੋਂ ਸੱਦਾ ਆ ਗਿਆ, ਉਸ ਸਮੇਂ ਦਾ ਫਿਰ ਕਾਲ ਭਗਵਾਨ ਦੀ ਅੱਗੇ ਕੋਈ ਵੀ ਆਪਣੇ ਇਹ ਪੈਰ ਨਹੀਂ ਅੜਾ ਸਕੇਗਾ। ਸੁਣ ਕਰਕੇ ਸਤਿਗੁਰੂ ਜੀ ਦੇ ਬਚਨ ਮਾਤਾਵਾਂ ਦੇ ਮਨ ਦੇ ਅੰਦਰ ਵੀ ਬਹੁਤ ਜ਼ਿਆਦਾ ਜਿਹੜਾ ਹੌਸਲਾ ਪੈਦਾ ਹੋ ਗਿਆ ਸੀ। ਇਤਿਆਦਿਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚਾਰਨ ਕਰਦੇ ਨੇ, ਆਪਣੇ ਮਨਾਂ ਨੂੰ ਇਕਾਗਰ ਕਰਦੇ ਹੋਏ ਆਲਸ ਤੋਂ ਰਹਿਤ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਜੀਰਨ ਬਨ ਹੈ ਬਿਨਾਸ਼ੀ ਹੋਈ। ਸਤਿਗੁਰੂ ਜੀ ਕਹਿਣ ਲੱਗਾ ਵੀ ਜਦੋਂ ਇਸ ਪ੍ਰਾਣੀ ਦੇ ਉੱਪਰ ਆ ਗਿਆ ਵਡੇਪਾ, ਇਹ ਜਿਹੜੇ ਸਰੀਰ ਦੇ ਅੰਗੇ ਵੀ ਬੜੇ ਦੁਬਲੇ ਕਮਜ਼ੋਰ ਪੈ ਜਾਂਦੇ ਹਨ। ਨੈਨੋ ਨੀਰ ਬਹਿ ਤਨ ਖੀਨਾ ਭੈ ਕੇ ਸੁਦਤ ਵਾਨੀ ਰੋਦਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰੈ ਪ੍ਰਾਨੀ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਵੀ ਜਿਹੜੇ ਬੁਢੇਪੇ ਦੇ ਬਹੁਤ ਵੱਡੇ ਦੁੱਖ ਉਹਨਾਂ ਦਾ ਆਪਣੇ ਵੱਲੋਂ ਸ਼ਲੋਕਾਂ ਦੇ ਵਿੱਚ ਜ਼ਿਕਰ ਕੀਤਾ। ਸਿਰ ਕੰਪਿਓ ਪਗ ਡਗਮਗੇ ਨੈਣ ਜੋਤ ਤੇ ਹੀਨ ਕਉ ਨਾਨਕੇ ਵਿਦ ਭਈ ਤਉ ਨ ਹਰ ਰਸ ਲੀਨ। ਸਿਰ ਕੰਪਿਓ, ਇਹ ਮਨੁੱਖ ਬੁਢੇਪੇ ਦੇ ਕਾਰਨ ਆ ਤੇਰਾ ਜਿਹੜਾ ਸਿਰ ਇਹ ਵੀ ਡੌਰੂ ਦੇ ਸਮਾਨ ਹਿੱਲਣ ਲੱਗ ਪਿਆ। ਸਿਰ ਕੰਪਿਓ ਪਗ ਡਗਮਗੇ, ਚੱਲਣ ਲੱਗਿਆ ਧਰਤੀ ਦੇ ਉੱਪਰ 100 ਡੋਲੇ ਆ ਤੇਰੇ ਜਿਹੜੇ ਪੈਰ ਖਾਣ ਲੱਗ ਪਏ ਹਨ। ਸਿਰ ਕੰਪਿਓ ਪਗ ਡਗਮਗੇ ਨੈਣ ਜੋਤ ਤੇ ਹੀਨ, ਔਰ ਨੇਤਰਾਂ ਦੀ ਜੋਤ ਇਹ ਵੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਘਟ ਗਈ ਹੈ। ਕਉ ਨਾਨਕੇ ਵਿਦ ਪਈ ਤਉ ਨ ਹਰ ਰਸ ਲੀਨ। ਕੈਸੀ ਦੁਖਦਾਈ ਹਾਲਤ ਤੇਰੇ ਸਾਹਮਣੇ ਆ ਗਈ, ਪਰ ਫਿਰ ਵੀ ਬੜੀ ਅਫਸੋਸ ਦੀ ਗੱਲ ਹੈ ਅਜੇ ਤੱਕ ਵੀ ਤੂੰ ਸੇਵਾ ਔਰ ਭਗਤੀ ਦੇ ਵਿੱਚ ਜੁੜ ਕਰਕੇ ਕਉ ਨਾਨਕੇ ਵਿਦ ਪਈ ਤਉ ਨ ਹਰ ਰਸ ਲੀਨ। ਪਰਮਾਤਮਾ ਦੇ ਨਾਮ ਦਾ ਜਿਹੜਾ ਰਸ ਹੋਤਾ ਹੈ ਫਿਰ ਵੀ ਨਹੀਂ ਪ੍ਰਾਪਤ ਕੀਤਾ ਹੈ। ਸਭ ਕੇ ਰਿਧੀ ਬਿਦਤਾ ਦ੍ਰਿਗ ਜੋਈ। ਸਤਿਗੁਰੂ ਜੀ ਕਹਿਣ ਲੱਗੇ ਵੀ ਜਿਹੜੀ ਸਰੀਰ ਦੀ ਦਸ਼ਾ ਇਹ ਕੋਈ ਲੋਕੀ ਛੁਪੀ ਗੱਲ ਤਾਂ ਹੈ ਨਹੀਂ, ਸਾਰਿਆਂ ਦੇ ਸਾਹਮਣੇ ਤਕਰੀਬਨ ਆਉਂਦੀ ਰਹਿੰਦੀ ਹੈ।
ਹੁਣ ਜਿਹੜੇ ਨੇ ਜਵਾਨ ਕੋਈ ਸਮਾਂ ਸੀ ਉਹ ਕਾਫੀ ਦੇਰ ਪਹਿਲਾਂ ਬਚਪਨ ਦੇ ਵਿੱਚ ਵਿਚਰ ਰਹੇ ਸਨ, ਤੇ ਜਿਹੜੇ ਨੇ ਬਜ਼ੁਰਗ ਬੁੱਢੇ ਉਹ ਕੁਝ ਸਾਲ ਪਹਿਲਾਂ ਜਵਾਨੀ ਦੇ ਵਿੱਚ ਬੜੇ ਰਸ ਮਾਣ ਰਹੇ ਸੀ। ਇਹ ਸਰੀਰ ਦੀ ਜਿਹੜੀ ਹਾਲਤ ਇਹ ਵੀ ਤਕਰੀਬਨ ਬਦਲਦੀ ਰਹਿੰਦੀ ਹੈ। ਬਾਲਕ ਤਰੁਣਾ ਬ੍ਰਿਧ ਕੇ ਕਾਲ, ਜੋ ਸਤਿਗੁਰੂ ਜੀ ਨੇ ਇਸ ਸਰੀਰ ਦੀਆਂ ਤਿੰਨ ਅਵਸਥਾਵਾਂ ਵੀ ਆਪਣੇ ਵੱਲੋਂ ਕਥਨ ਕੀਤੀਆਂ ਹਨ। ਬਾਲ, ਜਵਾਨੀ ਔਰ ਬਿਰਧ ਫੁਨ तीन अवस्था जान, कहो नानक हर भजन बिन बिरथा स्वाभिमान। पहला बचपन है 12 वर्ष, बालपन बीते 20 वर्ष कछ तपना कियो, 30 वर्ष कछ देवना पूजा। फिर पछताना बिरध भयो। पहला बचपन है, फिर जवानी, और तो बाद फिर हरेक दे शरीर दे उपर कोई भी है, गरीब है, अमीर है, बादशाह कंगाल है, ये ईश्वरी कानून कोई भी टाल नहीं सकेगा। जवानिया तो बाद आना बुढ़ेपा, बुढ़ेपे तो फिर अगे ये मौत ही आया करती है। अटकत नहीं भगत नित काल, जेड़ा काल भगवान रोजाना किवें जीवां नूं एक ਗਰਾਈਆਂ ਦੇ ਰੂਪ ਦੇ ਵਿੱਚ ਭਖਣ ਕਰ ਰਿਹਾ ਹੈ। ਇਸ ਮਹਿ ਪ੍ਰੀਤ ਕਰਹਿ ਜੋ ਜੇਤੀ, ਔਰ ਜਿਹੜੇ ਅਣਜਾਣਪਣੇ ਦੇ ਵਿੱਚ ਮਨੁੱਖ ਜੋ ਵੀ ਇਹਦੇ ਨਾਲ ਆਪਣੀ ਪਕੜ ਧਾਰਨ ਕਰਦੇ ਹਨ। ਬਿਨਸਨ ਵਿਖੈ ਬ੍ਰਿਥਾ ਵਧ ਤੇਤੀ, ਵੀ ਉਤਨੀਆਂ ਤਕਲੀਫਾਂ ਉਤਨੇ ਹੀ ਦੁੱਖ ਉਹਨਾਂ ਨੂੰ ਫਿਰ ਜ਼ਿੰਦਗੀ ਦੇ ਵਿੱਚ ਝੱਲਣੇ ਪੈਂਦੇ ਹਨ। ਜਿਤਨੀ ਕਿ ਕਿਸੇ ਨੇ ਦੁਨੀਆ ਦੇ ਨਾਲ ਮਨ ਦੇ ਅੰਦਰ ਪਕੜ ਧਾਰਨ ਕੀਤੀ ਹੋਈ ਹੈ। ਆਸ ਤਨ ਪਾਈ ਸਕਾਰਥ ਲਾਵੇ, ਪਰ ਜਿਹੜੇ ਨੇ ਵੱਡੇ ਭਾਗਾਂ ਵਾਲੇ ਉਹ ਫਿਰ ਮਨੁੱਖਾ ਜਨਮ ਨੂੰ ਪ੍ਰਾਪਤ ਕਰਕੇ ਇਹਨੂੰ ਸਫਲਾ ਵੀ ਬਣਾ ਲੈਂਦੇ ਹਨ। ਗੁਰ ਸੇਵਾ ਤੇ ਭਗਤ ਕਮਾਈ, ਤਵੇ ਮਾਨਸ ਦੇਈ ਪਾਈ, ਇਸ ਦੇਈ ਕੋ ਸਿਮਰੈ ਦੇਵ ਸੋ ਦੇਈ, ਭਜਰ ਕੀ ਸੇਵ। ਭਗਤ ਕਬੀਰ ਜੀ ਜੈਸੇ ਸਤਪੁਰਸ਼ਾਂ ਨੇ ਵੀ ਇਹ ਬਚਨ ਅਗੰਮੀ ਕਹਿ ਦਿੱਤੇ ਹਨ। ਗੁਰ ਸੇਵਾ ਤੇ ਭਗਤ ਕਮਾਈ, ਗੁਰੂ ਦੀ ਸੇਵਾ ਤੇ ਭਗਤੀ ਦੀ ਕਮਾਈ ਕਰਨ ਵਾਸਤੇ ਬੜਾ ਅਮੋਲਕ ਸਰੀਰ ਪ੍ਰਾਪਤ ਹੋਇਆ। ਤਵੇ ਮਾਨਸ ਦੇਈ ਪਾਈ, ਇਹ ਦੇਈ ਫਿਰ ਸੇਵਾ ਭਗਤੀ ਦੁਆਰਾ ਹੀ ਸਫਲ ਹੋ ਸਕਦੀ ਹੈ। ਜਨਮ ਮਰਨ ਮਹਿ ਸੋ ਨਹਿ ਆਵੇ, ਉਹ ਜਿਹੜੇ ਜਗਿਆਸੂ ਜਨਮ ਔਰ ਮਰਨ ਦੇ ਚੱਕਰ ਦੇ ਵਿੱਚ ਕਦੇ ਵੀ ਨਹੀਂ ਆਉਂਦੇ ਹਨ। ਜਹਾਂ ਆਨੰਦ ਬਿਲੰਦ ਅਨਾਸ਼ਾ, ਜਿੱਥੇ ਹੋ ਜਿਆ ਨਾਸ ਤੋਂ ਰਹਿਤ ਇਹ ਆਨੰਦ ਸਦਾ ਵਾਸਤੇ ਬਣਿਆ ਰਹਿੰਦਾ ਹੈ। ਤਹਾਂ ਆਤਮਜ ਤੇਰੋ ਬਾਸਾ, ਸਤਿਗੁਰੂ ਜੀ ਕਹਿਣ ਲੱਗੇ ਇਹ ਵੱਡੇ ਭਾਗਾਂ ਵਾਲਿਓ, ਤੁਹਾਡੇ ਜਿਹੜੇ ਸੋਹਣੇ ਲਾਲੋ ਤਾਂ ਇਹੋ ਜਿਹੇ ਨਿਰੰਕਾਰ ਦੇ ਵਿੱਚ ਚਲੇ ਗਏ ਹਨ। ਉਚਿਤ ਨਾ ਸ਼ੋਕ ਕਰਨ ਤਿਸ ਹੀਤ, ਹੁਣ ਜਿਨ੍ਹਾਂ ਨੇ ਧਰਮ ਦੇ ਵਾਸਤੇ ਵੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਉਹ ਫਿਰ ਕਦੇ ਸੋਚਣ ਦੇ ਜ਼ੋਕ ਨਹੀਂ ਹੋਇਆ ਕਰਦੇ ਹਨ। ਗਿਆਨ ਗਤੀ ਚਿਤ ਮਹਿ ਲਿਹੋ ਚੀਤ, ਹੁਣ ਜਿਨ੍ਹਾਂ ਨੂੰ ਗਿਆਨ ਦੀ ਪ੍ਰਾਪਤੀ ਹੋ ਗਈ ਉਹਦਾ ਫਿਰ ਜਿਉਂਦਾ ਜੀ ਆਪਣੀ ਬਿਰਤੀ ਨੂੰ ਪਰਮਾਤਮਾ ਦੇ ਵਿੱਚ ਹੀ ਲੀਨ ਕਰ ਲੈਂਦੇ ਹਨ। ਇਤਿਆਦਿਕ ਕਹਿ ਰੁਦਤ ਹਟਾਈ, ਇਹੋ ਜਿਹੇ ਬੜੇ ਬਚਨ ਬਿਲਾਸ ਕਰਦੇ ਹੋਇਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਦੋਵੇਂ ਮਹਿਲਾਂ ਨੂੰ ਬੈਰਾਗ ਕਰਨ ਤੋਂ ਰੋਕਿਆ ਸੀ। ਤਉ ਨਾ ਪੁੱਤਰ ਪ੍ਰੀਤ ਮਨ ਜਾਈ, ਪਰ ਫਿਰ ਵੀ ਮਾਤਾਵਾਂ ਦੇ ਮਨ ਦੇ ਅੰਦਰ
ਆਪਣੇ ਸਾਹਿਬਜ਼ਾਦਿਆਂ ਦੀ ਯਾਦ ਜਿਹੜੀ ਬਾਰ-ਬਾਰ ਪੈਦਾ ਹੋਣ ਲੱਗ ਪੈਂਦੀ ਹੈ। ਇਤਨੇ ਮਹਿ ਡੱਲਾ ਚੱਲ ਆਇਓ। ਇਤਨੇ ਨੂੰ ਡੱਲਾ ਚੌਧਰੀ ਇਹ ਵੀ ਮਹਾਰਾਜ ਦੇ ਪਾਸ ਹਾਜ਼ਰ ਹੋ ਗਿਆ ਸੀ। ਹਾਥ ਜੋੜ ਕਰ ਬਾਕ ਲਾਇਓ। ਇਹਨੇ ਆਪਣੇ ਵੱਲੋਂ ਦੋਵੇਂ ਹੱਥ ਜੋੜ ਕੇ ਅਰਜ਼ ਕੀਤੀ ਹੈ। ਦੇਹੋ ਆਇਸ ਅਬ ਇਨੈ ਗੁਸਾਈ। ਕਹਿ ਲੱਗਿਆ ਸੱਚੇ ਪਾਤਸ਼ਾਹ ਵੀ ਮੈਨੂੰ ਆਗਿਆ ਬਖਸ਼ੋ, ਦੋਵੇਂ ਮਾਤਾਵਾਂ ਦੀ ਜਿਹੜੀ ਰਹਿਸ਼ ਹੈ ਮੈਂ ਆਪਣੇ ਕਿਲ੍ਹੇ ਦੇ ਅੰਦਰ ਬੜੀ ਸੁੰਦਰ ਜਗ੍ਹਾ ਤੇ ਕਰਵਾ ਦੇਣੀ ਹੈ। ਬਸ ਹੈ ਦੁਰਗ ਕੀ ਅੰਤਰ ਜਾਈ। ਕਿਲ੍ਹੇ ਦੇ ਅੰਦਰ ਮਾਤਾਵਾਂ ਨੂੰ ਸਾਰੇ ਜਿਹੜੇ ਸੁੱਖ ਪ੍ਰਾਪਤ ਹੋ ਜਾਣੇ ਹਨ। ਸਾਧਨ ਪ੍ਰਤਕ ਇਨ ਹਿਤ ਕੀਏ ਖਾਲੀ। ਡੱਲਾ ਚੌਧਰੀ ਕਹਿਣ ਲੱਗਿਆ ਮਹਾਰਾਜ ਵੀ ਮਾਤਾਵਾਂ ਦੇ ਵਾਸਤੇ ਤਾਂ ਮੈਂ ਇੱਕ ਨਾ ਲਹਿਦਾ ਜੀ ਬੜਾ ਸੁੰਦਰ ਮਕਾਨ ਤਿਆਰ ਕਰਵਾ ਦਿੱਤਾ ਹੈ। ਕਰਹਿ ਬਾਸ ਕੋ ਤਹਾਂ ਸੁਖਾਲੀ। ਉੱਥੇ ਇਹਨਾਂ ਦੀ ਜਿਹੜੀ ਰਹਿਸ ਬੜੇ ਸੁੱਖਾਂ ਦੇ ਨਾਲ ਹੋ ਜਾਣੀ ਹੈ। ਸੁਣ ਗੁਰ ਕਹਿਓ ਬੂਝ ਲਿਓ ਇਨ ਕੋ। ਸੁਣ ਕਰਕੇ ਸਤਿਗੁਰੂ ਜੀ ਕਹਿਣ ਲੱਗੇ ਆਪਣੇ ਮਹਿਲਾਂ ਦੇ ਵੱਲ ਕਰਕੇ ਇਸ਼ਾਰਾ ਵੀ ਤੂੰ ਆਪਣੀਆਂ ਮਾਤਾਵਾਂ ਦੇ ਪਾਸੋਂ ਜਾ ਕਰਕੇ ਪੁੱਛ ਲੈ ਵੀ ਕਿੱਥੇ ਉਹ ਰਹਿਣਾ ਚਾਹੁੰਦੀਆਂ ਹਨ। ਬਸ ਹੈ ਤਹਾਂ ਜਹ ਭਾਵਤ ਮਨ ਕੋ। ਜਿੱਥੇ ਉਹਨਾਂ ਦੇ ਮਨ ਦੇ ਖਿਆਲ ਹਨ ਉਸ ਥਾਂ ਤੇ ਤੈ ਫਿਰ ਉਹਨਾਂ ਦੀ ਜਿਹੜੀ ਰਹਿਸ਼ ਕਰਵਾ ਦੇਣੀ ਹੈ। ਤਬ ਡੱਲਾ ਦੋਨੋਂ ਟਿਕ ਗਇਓ। ਡੱਲਾ ਚੌਧਰੀ ਮਹਾਰਾਜ ਦੇ ਪਾਸੋਂ ਸੁਣ ਕੇ ਦੋਵੇਂ ਮਾਤਾਵਾਂ ਜੀ ਦੇ ਪਾਸ ਪਹੁੰਚਿਆ ਸੀ। ਹਾਥ ਜੋੜ ਕਰ ਬੋਲਤ ਭਇਓ। ਦੋਵੇਂ ਹੱਥ ਜੋੜ ਕਰਕੇ ਡੱਲੇ ਚੌਧਰੀ ਨੇ ਆਪਣੇ ਵੱਲੋਂ ਅਰਜ਼ ਕੀਤੀ ਸੀ। ਚਲੋ ਮਾਤ ਜੀ ਦੁਰਗ ਕੇ ਅੰਤਰ। ਐ ਮਾਤਾ ਜੀ ਚੱਲੋ ਮੇਰੇ ਨਾਲ, ਮੈਂ ਤੁਹਾਡੀ ਰਹਿਸ ਦਾ ਜਿਹੜਾ ਪ੍ਰਬੰਧ ਕਿਲ੍ਹੇ ਦੇ ਅੰਦਰ ਕਰਵਾ ਦੇਣਾ ਹੈ। ਫਿਰ ਉਹ ਭਲੀ ਸੁਖ ਲਹੋ ਨਿਰੰਤਰ। ਉੱਥੇ ਆਪ ਨੂੰ ਸਾਰੇ ਜਿਹੜੇ ਸੁੱਖ ਸੁਤੇ ਸਿੱਧ ਪ੍ਰਾਪਤ ਹੋ ਜਾਣੇ ਹਨ। ਮੋਰ ਕੁਟੰਬ ਸਕਲ ਕਰ ਜੋਰ ਹੈ। ਜਿਹੜਾ ਮੇਰਾ ਪਰਿਵਾਰ ਉਹਨਾਂ ਨੇ ਵੀ ਦੋਵੇਂ ਹੱਥ ਜੋੜ ਕਰਕੇ ਬਾਰ-ਬਾਰ ਬੇਨਤੀਆਂ ਕੀਤੀਆਂ ਨੇ ਵੀ ਤੁਸੀਂ ਮਾਤਾਵਾਂ ਦੀ ਜਿਹੜੀ ਰਹਿਸ਼ ਆ ਸਾਡੇ ਪਾਸ ਕਿਲ੍ਹੇ ਦੇ ਅੰਦਰ ਕਰਵਾ ਦਿਓ। ਅਸੀਂ ਵੀ ਫਿਰ ਬਾਣੇ ਦੇ ਨਾਲ ਮਾਤਾਵਾਂ ਦੀ ਬੜੀ ਸੇਵਾ ਕਰ ਲੈਣੀ ਹੈ। ਸਭ ਵਿਦ ਸੇਵ ਹੈ ਚਰਨ ਨਿਹੋਰ ਹੈ। ਹੁਣ ਮੇਰਾ ਸਾਰਾ ਪਰਿਵਾਰ ਆਪ ਦੀ ਸੇਵਾ ਬੜੇ ਪਿਆਰ ਦੇ ਨਾਲ ਕਰਨਾ ਚਾਹੁੰਦੇ ਹਨ। ਜਨਮ ਸਫਲ ਹਮ ਸਭ ਕੋ ਕਰੀਏ ਹੈ। ਇਸ ਟਾਂਗਾ ਤਰੀਕੇ ਦੁਆਰਾ ਸਾਡੇ ਸਾਰੇ ਪਰਿਵਾਰ ਦਾ ਹੀ ਇਹ ਜਿਹੜਾ ਜਨਮ ਸਫਲਾ ਹੋ ਜਾਣਾ ਹੈ। ਅੰਤਰ ਉਤਰ ਹੋ ਭਲੇ ਵਿਚਰੀਏ ਹੈ। ਡੱਲਾ ਚੌਧਰੀ ਦੋਵੇਂ ਮਾਤਾਵਾਂ ਜੀ ਦੇ ਅੱਗੇ ਬਾਰ-ਬਾਰ ਵਿਚਾਰਾ ਹੱਥ ਜੋੜਨ ਲੱਗ ਪਿਆ ਸੀ। ਦੋਨੋਂ ਸੋਨਾ ਭਾਖਿਓ ਪਿਖ ਖਲੋ। ਪਰ ਜਦੋਂ ਦੋਵੇਂ ਮਾਤਾਵਾਂ ਨੇ ਦੇ ਲਿਆ ਵੀ ਚੌਧਰੀ ਤਾਂ ਹੁਣ ਸਾਡੇ ਅੱਗੇ ਹੱਥ ਜੋੜ ਕਰਕੇ ਖੜਾ ਹੋ ਗਿਆ, ਪ੍ਰਭ ਕੀ ਪਗਨ ਵਿਖੈ ਹੀ ਭਲੋ। ਮਾਤਾਵਾਂ ਕਹਿਣ ਲੱਗੀਆਂ ਐ ਡੱਲਾ ਚੌਧਰੀ ਵੀ ਅਸੀਂ ਤਾਂ ਹੁਣ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਰਹਿ ਕਰਕੇ ਬੜਾ ਆਨੰਦ ਪ੍ਰਾਪਤ ਕਰਨਾ ਹੈ। ਇਹ ਜਿਹੜਾ ਆਨੰਦ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚੋਂ ਹੀ ਪ੍ਰਾਪਤ ਹੋਵੇਗਾ। ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ ਕਹਿ ਪੇ ਕੋ ਸੋਭਾ ਨਹੀਂ ਦੇਖਾਈ ਪਰਵਾਨ। ਵੀ ਜਿਹੜਾ ਆਨੰਦ ਦਸ਼ਮੇਸ਼ ਪਿਤਾ ਦੇ ਪਾਸ ਸਾਨੂੰ ਪ੍ਰਾਪਤ ਹੋ ਉਹ ਫਿਰ ਕਿਲ੍ਹੇ ਦੇ ਵਿੱਚੋਂ ਤਾਂ ਨਹੀਂ ਪ੍ਰਾਪਤ ਹੋਵੇਗਾ। ਚਰਨ ਸਰੋਜਨ ਵਿਛੜ ਨਾ ਚਾਹਤ। ਅਸੀਂ ਦੇਨ ਦੁਨੀਆ ਦੇ ਮਾਲਕ ਦੇ ਚਰਨਾਂ ਤੋਂ ਵਿਛੜ ਕਰਕੇ ਦੂਰ ਨਹੀਂ ਜਾਣਾ ਚਾਹੁੰਦੀਆਂ। ਬਹੁਤ ਦਿਨ ਤੇ ਹਮ ਪਿਖਨੋ ਮਾਹਤ। ਕਿਤਨੇ ਦਿਨਾਂ ਤੋਂ ਬਾਅਦ ਮਸਾ ਮਹਾਰਾਜ ਦੇ ਸਾਨੂੰ ਇਹ ਦਰਸ਼ਨ ਦੀਦਾਰੇ ਹੋਏ ਹਨ। ਕਿਤ ਕਾ ਫਰਕ ਕਰ ਸਿਬਰ ਉਤਾਰਾ। ਅਸੀਂ ਤਾਂ ਸਤਿਗੁਰੂ ਜੀ ਦੇ ਤੰਬੂ ਤੋਂ ਨਾ ਥੋੜਾ ਜਿਹਾ
ਫਰਕ ਤੇ ਹੀ ਆਪਣੀ ਰਹਿਸ਼ ਕਰਨੀ ਚਾਹੁੰਦੀਆਂ ਹਾਂ। ਤੰਬੂ ਤਨਿਓ ਕਨਾਤ ਮਝਾਰਾ, ਸੌਣ ਕਰਕੇ ਡੱਲੇ ਚੌਧਰੀ ਨੇ ਉੱਥੇ ਹੀ ਫਿਰ ਤੰਬੂ ਦੇ ਵਿੱਚ ਦੋਵੇਂ ਮਾਤਾਵਾਂ ਦੀ ਰਹਿਸ਼ ਕਰਵਾ ਦਿੱਤੀ ਸੀ। ਸੁਤ ਸ਼ੋਕਾਰਤ ਸੁੰਦਰੀ ਸੁੰਦਰ, ਮਾਤਾ ਸੁੰਦਰ ਕੌਰ ਜੀ ਦੇ ਮਨ ਦੇ ਵਿੱਚ ਉਸੇ ਤਰ੍ਹਾਂ ਜਿਹੜਾ ਬੈਰਾਗ ਵਿਛੋੜੇ ਦੀ ਪੀੜਾ ਇਹ ਹਰ ਵਕਤ ਭਰੀ ਰਹਿੰਦੀ ਹੈ। ਸਾਹਿਬ ਦੇਵੀ ਜੁਤ ਥਿਰ ਅੰਦਰ, ਇਸੇ ਤਰ੍ਹਾਂ ਮਾਤਾ ਸਹਿਬਦੇਵਾਂ ਜੀ ਨੇ ਉਸ ਤੰਬੂ ਦੇ ਵਿੱਚ ਜਾ ਕਰਕੇ ਆਪਣੀ ਰਹਿਸ਼ ਕਰ ਲਈ ਸੀ। ਡੱਲਾ ਕਰ ਆਹਾਰ ਬਿਦ ਨਾਨਾ, ਹੁਣ ਭਾਈ ਡੱਲਾ ਚੌਧਰੀ ਆਪਣੇ ਕਿਲੇ 'ਚ ਨਾਨਾ ਪ੍ਰਕਾਰ ਦੇ ਪਦਾਰਥ ਤਿਆਰ ਕਰਕੇ ਮਾਤਾ ਜੀ ਦੇ ਪਾਸ ਉੱਥੇ ਤੰਬੂ ਦੇ ਵਿੱਚ ਹੀ ਭੇਜ ਦਿੰਦਾ ਹੈ। ਠਾਰ ਪਚਾਵਹਿ ਪ੍ਰੀਤ ਮਹਾਨਾ, ਪ੍ਰੀਤ ਮਹਾਨਾ ਬੜੀ ਪ੍ਰੀਤ ਦੇ ਨਾਲ ਦੋ ਬਹੁਤ ਸੁੰਦਰ ਥਾਲ ਪਰੋਸ ਕਰਕੇ ਉੱਥੇ ਮਾਤਾ ਜੀ ਦੇ ਪਾਸ ਤੰਬੂ ਦੇ ਵਿੱਚ ਹੀ ਪਹੁੰਚਾ ਦਿੰਦਾ ਸੀ। 5 ਦਿਵਸ ਇਸ ਭਾਂਤ ਬਿਤਾਈ, ਇਹ ਜਦੋਂ ਮਹਾਰਾਜ ਨੇ ਕਿਲੇ ਦੇ ਵਿੱਚ ਰਹਿੰਦਿਆਂ ਹੋਏ ਨੇੜੇ ਰਹਿੰਦਿਆਂ ਹੋਇਆਂ 5 ਕੁ ਦਿਨ ਬਤੀਤ ਕਰ ਦਿੱਤੇ ਸਨ। ਅੰਤਰ ਦੀਗ ਬਨੈ ਸਭ ਖਾਈ, ਇਹ ਜਿਹੜਾ ਗੁਰੂ ਕਾ ਲੰਗਰ ਸਾਰਿਆਂ ਦੇ ਵਾਸਤੇ ਭਾਈ ਡੱਲਾ ਚੌਧਰੀ ਆਪਣੇ ਕਿਲੇ ਦੇ ਅੰਦਰ ਹੀ ਤਿਆਰ ਕਰਵਾਇਆ ਕਰਦਾ ਸੀ। ਦਿਵਸ ਖਸ਼ਟ ਮੇ ਪ੍ਰਭ ਪੁਰਮਾਇਓ, ਜਦੋਂ ਚੜ ਗਿਆ 6ਵਾਂ ਦਿਨ ਉਸ ਸਮੇਂ ਫਿਰ ਸਤਿਗੁਰੂ ਜੀ ਨੇ ਆਪਣੇ ਵੱਲੋਂ ਹੁਕਮ ਕਰ ਦਿੱਤਾ ਸੀ। ਦੀਗ ਥਾਨ ਲਿਹੋ ਬਹਿਰ ਬਨਾਇਓ, ਜਿਹੜਾ ਸੀ ਮੇਨ ਸੇਵਾਦਾਰ ਲਾਂਗਰੀ ਉਹਨਾਂ ਨੂੰ ਪਾਸ ਬੁਲਾ ਕਰਕੇ ਮਹਾਰਾਜ ਨੇ ਸਮਝਾਇਆ ਵੀ ਹੁਣ ਤੋਂ ਬਾਅਦ ਆ ਜਿਹੜਾ ਆਪਣਾ ਨਾ ਇਹ ਬਹੁਤ ਵੱਡਾ ਲੰਗਰ ਤੁਸੀਂ ਕਿਲੇ ਤੋਂ ਬਾਹਰਲੇ ਪਾਸੇ ਤਿਆਰ ਕਰਨਾ ਹੈ। ਪੁਨ ਡੱਲੇ ਕੋ ਕੀਏ ਸਮਝਾਵਨ, ਜਿਹੜਾ ਭਾਈ ਡੱਲਾ ਚੌਧਰੀ ਉਹਨੂੰ ਵੀ ਸਤਿਗੁਰੂ ਜੀ ਨੇ ਆਪਣੇ ਪਾਸ ਬੁਲਾ ਕਰਕੇ ਸਮਝਾ ਦਿੱਤਾ। ਮਹਾਰਾਜ ਕਿਤਨੇ ਉਦਾਰ ਸਖੀ ਦਾਤੇ ਹਨ ਵੀ ਜਿਹੜੇ ਨੇ ਜਗਿਆਸੂ ਪ੍ਰੇਮੀ ਜਨ ਉਹਨਾਂ ਦੇ ਉੱਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਈ ਜ਼ਿਆਦਾ ਆਪਣਾ ਭਾਰ ਨਹੀਂ ਪਾਉਣਾ ਚਾਹੁੰਦੇ ਹਨ। ਇਸ ਕਰਕੇ ਜਿਹੜੇ ਐਸੇ ਲਾਂਗਰੀ ਉਹਨਾਂ ਨੂੰ ਪਾਸ ਬੁਲਾ ਕਰਕੇ ਆਗਿਆ ਕਰਤੀ ਵੀ ਜੋ ਵੀ ਆਪਣਾ ਲੰਗਰ ਪਾਣੀ ਹੈ ਤੁਸੀਂ ਬਾਹਰਲੇ ਪਾਸੇ ਤਿਆਰ ਕਰਨਾ ਹੈ। ਲੰਗਰ ਬਨ ਹੈ ਨਿਕਟ ਹਮ ਖਾਵਨ, ਆ ਸਾਡੇ ਹੀ ਪਾਸ ਲੰਗਰ ਪਾਣੀ ਤਿਆਰ ਕਰਕੇ ਸਾਰੀਆਂ ਸੰਗਤਾਂ ਨੂੰ ਛਕਾਉਣਾ ਹੈ। ਕਨੋ ਪਾਓ ਹਮਨੇ ਤੁਬ ਦੇਖਾ, ਸਤਿਗੁਰੂ ਜੀ ਕਹਿਣ ਲੱਗੇ ਭਾਈ ਡੱਲਾ ਚੌਧਰੀ ਤੇਰੇ ਮਨ ਦਾ ਜਿਹੜਾ ਪ੍ਰੇਮ ਉਹ ਅਸੀਂ ਆਪਣੇ ਆਪ ਹੀ ਜਾਣ ਲਿਆ ਹੈ। ਸਭ ਵਿਦ ਕੀਨੀ ਸੇਵ ਵਿਸ਼ੇਖਾ, ਤੈ ਸਾਰੇ ਜੋਧੇ ਸੂਰਮਿਆਂ ਔਰ ਸੰਗਤਾਂ ਦੀ ਦੇਲਾ ਕਿਵੇਂ ਕਿਸ ਪ੍ਰਕਾਰ ਬੜੇ ਪਿਆਰ ਦੇ ਨਾਲ ਸੇਵਾ ਕੀਤੀ ਹੈ। ਸੁਨ ਡੱਲੇ ਕਰ ਜੋਰ ਉਚਾਰਾ, ਇਹ ਸੁਣ ਕਰਕੇ ਭਾਈ ਡੱਲਾ ਚੌਧਰੀ ਮਨ ਦੇ ਵਿੱਚ ਹੈਰਾਨ ਹੋ ਗਿਆ ਵੀ ਪਤਾ ਨਹੀਂ ਮੈਥੋਂ ਕੋਈ ਇਹੋ ਜੀ ਗਲਤੀ ਭੁੱਲ ਹੋ ਗਈ ਜਿਸ ਕਰਕੇ ਸਤਿਗੁਰੂ ਜੀ ਆਪਣਾ ਇਹ ਸਾਰਾ ਲੰਗਰ ਪਾਣੀ ਬਾਹਰਲੇ ਪਾਸੇ ਹੀ ਬਣਾਉਣਾ ਚਾਹੁੰਦੇ ਹਨ। ਮੋਹਿ ਕੁਟੰਬ ਸਮਾਜ ਹੈ ਸਾਰਾ, ਇਹ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੋ ਵੀ ਸਾਜੋ ਸਮਾਜ ਮੇਰੇ ਪਰਿਵਾਰ ਦੇ ਮੈਂਬਰ ਇਹ ਸਾਰੀਆਂ ਜਿਹੜੀਆਂ ਦਾਤਾਂ ਆਪਨੇ ਹੀ ਬਖਸ਼ੀਆਂ ਹੋਈਆਂ ਹਨ। ਦੁਰਗਤੀਨ ਹੈ ਮਹਿਕ ਉਦਾਰਾ, ਜੋ ਵੀ ਆ ਵੱਡੇ ਵੱਡੇ ਕਿਲੇ ਮਕਾਨ ਘਰ ਦੇ ਵਿੱਚ ਦੁੱਧ ਦੇਣ ਵਾਲੀਆਂ ਬਹੁਤ ਸਾਰੀਆਂ ਗਾਵਾਂ ਮੱਝਾਂ ਕਿੱਲਿਆਂ ਦੇ ਨਾਲ ਬੰਨੀਆਂ ਹੋਈਆਂ ਹਨ। ਘਰ ਬਾਹਰ ਸਭ ਇਹ ਤੁਮਾਰਾ, ਸੱਚੇ ਪਾਤਸ਼ਾਹ ਵੀ ਇਹ ਸਾਰੇ ਜਿਹੜੇ ਪਦਾਰਥ ਤਾਂ ਮੈਂ ਆਪ ਦੇ ਹੀ ਮਨ ਦੇ ਵਿੱਚ ਸਮਝੇ ਹੋਏ ਹਨ। ਜਥਾ ਸ਼ਕਤ ਮੈਂ ਦੀਗ ਬਨੈ ਹਾਂ, ਜਥਾ ਜੋ ਜਿਵੇਂ ਪਹਿਲਾਂ ਮੈਂ ਕਿਲੇ ਦੇ ਵਿੱਚ
ਲੰਗਰ ਪਾਣੀ ਤਿਆਰ ਕਰਕੇ ਸਾਰਿਆਂ ਦੀ ਸੇਵਾ ਕਰਿਆ ਕਰਦਾ ਸੀ। ਲਿਹੋ ਸ਼ਰਧਾ ਪਿਖ ਜਬ ਲਗਦੇ ਹੋ। ਸੱਚੇ ਪਾਤਸ਼ਾਹ ਵੀ ਜਿਤਨਾ ਟਾਈਮ ਆਪ ਰਹੋਗੇ ਉਤਨਾ ਟਾਈਮ ਇਹ ਲੰਗਰ ਪਾਣੀ ਦੀ ਜਿਹੜੀ ਸੇਵਾ ਮੈਂ ਸਾਰੀ ਆਪ ਦੇ ਵੱਲੋਂ ਕਿਲ੍ਹੇ ਦੇ ਵਿੱਚ ਹੀ ਤਿਆਰ ਕਰਵਾ ਕਰਕੇ ਕਰਨੀ ਚਾਹੁੰਦਾ ਹਾਂ। ਘਰ ਮਹਿ ਅੰਨ ਆਪ ਕੋ ਸਾਰਾ। ਘਰ ਦੇ ਵਿੱਚ ਵੱਡੀਆਂ ਵੱਡੀਆਂ ਜਿਹੜੀਆਂ ਬੋਰੀਆਂ ਮੈਂ ਬੜੀਆਂ ਅੰਨ ਦੀਆਂ ਭਰ ਕੇ ਰੱਖੀਆਂ ਹੋਈਆਂ ਹਨ। ਕਰਹੁ ਸਿੰਘਨ ਸਹਿਤ ਆਹਾਰਾ। ਸੱਚੇ ਪਾਤਸ਼ਾਹ ਜੋ ਦੇ ਸੂਰਮਿਆਂ ਦੇ ਸਮੇਤ ਆਪ ਜੀ ਨੇ ਵੀ ਮੇਰੇ ਕਿਲ੍ਹੇ ਦੇ ਵਿੱਚ ਜਾ ਕਰਕੇ ਇਸੇ ਤਰ੍ਹਾਂ ਭੋਜਨ ਪਾਣੀ ਛਕਣਾ। ਪੁੰਨ ਗੁਰ ਭਾਖਿਓ ਖੁਸ਼ੀ ਹਮਾਰੀ। ਇਹ ਸੁਣ ਕੇ ਸਤਿਗੁਰੂ ਜੀ ਕਹਿਣ ਲੱਗੇ ਭਾਈ ਡੱਲਾ ਚੌਧਰੀ ਇਨ੍ਹਾਂ ਬਚਨਾਂ ਦੇ ਵਿੱਚ ਹੀ ਤੈਂ ਸਾਡੀ ਜਿਹੜੀ ਖੁਸ਼ੀ ਸਮਝਣੀ ਹੈ। ਬਨਹਿ ਦੀਗ ਬਾਹਰ ਅਬਸਾਰੀ। ਹੁਣ ਤੈਂ ਸਾਡੇ ਬਚਨ ਨਹੀਂ ਮੋੜਨੇ। ਜਿਹੜਾ ਲੰਗਰ ਪਾਣੀ ਇਹ ਹੁਣ ਕਿਲ੍ਹੇ ਤੋਂ ਬਾਹਰੀ ਸਾਰਿਆਂ ਦੇ ਵਾਸਤੇ ਤਿਆਰ ਹੋਇਆ ਕਰੇਗਾ। ਤੇਰੋ ਭਾਉ ਇਸੀ ਵਿਦ ਹੈ। ਤੇਰੇ ਮਨ ਦੇ ਅੰਦਰ ਇਹੋ ਜਿਹਾ ਹੀ ਜਿਹੜਾ ਇੱਕ ਸੱਚਾ ਪ੍ਰੇਮ ਭਰਿਆ ਹੋਇਆ ਹੈ। ਪ੍ਰੇਮ ਸਮੇਤ ਸੱਚ ਹੀ ਕਹੈ। ਤੂੰ ਭਾਵੇਂ ਜਿਹੜੇ ਬਚਨ ਬੜੇ ਸੱਚੇ ਇੱਕ ਪਿਆਰ ਦੇ ਵਿੱਚ ਆ ਕਰਕੇ ਹੀ ਕਹਿੰਦਾ ਹੈ। ਲਾਗੀ ਬੰਨਣਾ ਦੀਗ ਵੱਡ ਬਾਹਿਰ। ਉਸ ਦਿਨ ਤੋਂ ਬਾਅਦ ਜਿਹੜਾ ਬਹੁਤ ਵੱਡਾ ਲੰਗਰ ਇਹ ਕਿਲੇ ਤੋਂ ਬਾਹਰਲੇ ਪਾਸੇ ਹੀ ਤਿਆਰ ਹੋਣ ਲੱਗ ਪਿਆ ਸੀ। ਅਚਹਿ ਸਿੰਘ ਅਰ ਛੁਦਤ ਸੋ ਜਾਹਰ। ਲੰਗਰ ਦੇ ਵਿੱਚ ਜ਼ੋਦੇ ਸੂਰਮੇ ਬਾਹਰੋਂ ਵੀ ਗਰੀਬ ਗੁਰਬੇ ਆ ਕਰਕੇ ਨਾਨਾ ਪ੍ਰਕਾਰ ਦੇ ਪਦਾਰਥ ਛਕਣ ਲੱਗ ਪਏ ਸਨ। ਸਭ ਬੈਰਾੜ ਚਾਕਰੀ ਪਾਵੇਂ। ਜਿਹੜੇ ਬੈਰਾੜ ਉਹਨਾਂ ਨੂੰ ਸਤਿਗੁਰੂ ਜੀ ਮਹੀਨੇ ਤੋਂ ਬਾਅਦ ਇਹ ਜਿਹੜੀ ਨੌਕਰੀ ਦੀ ਤਨਖਾਹ ਦਾ ਮਾਇਆ ਬਖਸ਼ ਦਿੰਦੇ ਹਨ। ਨਿਜ ਨਿਜ ਭੋਜਨ ਕਰਹਿ ਸੋ ਖਾਵੇਂ। ਜਿਹੜੇ ਬੈਰਾੜ ਕਈ ਉਹਨਾਂ ਦੇ ਵਿੱਚੋਂ ਰੋਜ਼ ਦੀ ਰੋਜ਼ ਹੀ ਆਪਣਾ ਲੰਗਰ ਪਾਣੀ ਖੁਦ ਤਿਆਰ ਕਰਕੇ ਛਕਿਆ ਕਰਦੇ ਸਨ। ਕੀਤਕ ਦਿਨ ਇਸ ਰੀਤ ਬਿਤਾਈ। ਇਹ ਜਦੋਂ ਸਤਿਗੁਰੂ ਜੀ ਨੇ ਕਾਫੀ ਦਿਨ ਰਹਿੰਦਿਆਂ ਹੋਇਆ ਸਾਬੋ ਕੀ ਤਲਵੰਡੀ ਦੇ ਵਿੱਚ ਬਤੀਤ ਕਰ ਦਿੱਤੇ ਸਨ। ਪੁੰਨ ਡੱਲਾ ਕਰ ਜੋਰ ਅਲਾਈ। ਫਿਰ ਭਾਈ ਡੱਲੇ ਚੌਧਰੀ ਨੇ ਮਹਾਰਾਜ ਦੇ ਅੱਗੇ ਦੋਵੇਂ ਹੱਥ ਜੋੜ ਦਿੱਤੇ ਹਨ। ਸਿੰਘਨ ਸਹਿਤ ਸਕਲ ਬੈਰਾੜ। ਸੱਚੇ ਪਾਤਸ਼ਾਹ ਵੀ ਜੋਧੇ ਸੂਰਮਿਆਂ ਦੇ ਸਮੇਤ ਜੋ ਵੀ ਬੈਰਾੜ ਆਪ ਦੇ ਪਾਸ ਰਹਿਣ ਵਾਲੇ ਹਨ, ਇੱਕ ਦਿਨ ਮੈਂ ਜਿਹੜਾ ਲੰਗਰ ਪਾਣੀ ਆਪ ਸਾਰਿਆਂ ਨੂੰ ਇੱਕ ਕਿਲੇ ਦੇ ਅੰਦਰ ਤਿਆਰ ਕਰਕੇ ਛਕਾਉਣਾ ਚਾਹੁੰਦਾ ਹਾਂ। ਕਰੋ ਆਪ ਹਿਤ ਤਿਆਰ ਆਹਾਰ। ਆਪ ਦੇ ਲਈ ਵੀ ਬੜੇ ਸਵਾਦਿਸ਼ਟ ਪਦਾਰਥ ਤਿਆਰ ਹੋ ਜਾਣੇ ਹਨ। ਅੰਤਰ ਪਾਵਨ ਪਾਵਨ ਕਰੋ। ਸੱਚੇ ਪਾਤਸ਼ਾਹ ਜਦੋਂ ਕਿਲੇ ਦੇ ਵਿੱਚ ਪੈ ਗਏ ਆਪਦੇ ਚਰਨ ਉਹ ਵੀ ਪਵਿੱਤਰ ਹੋ ਜਾਵੇਗਾ। ਪਾਵਨ ਸਦਨਾ ਸਰਬ ਹੀ ਧਰੋ। ਮਹਾਰਾਜ ਜਿਹੜੇ ਮੇਰੇ ਵੱਡੇ ਵੱਡੇ ਬਣਾਏ ਹੋਏ ਮਕਾਨ ਉਹ ਵੀ ਆਪ ਜੀ ਨੇ ਚਰਨ ਪਾ ਕਰਕੇ ਪਵਿੱਤਰ ਕਰਨੇ ਹਨ। ਇਮ ਕਹਿ ਕਰ ਬਹੁ ਪੰਤਨ ਤਿਆਰਾ। ਇਹ ਡੱਲੇ ਚੌਧਰੀ ਨੇ ਜਦੋਂ ਅਰਜ਼ ਕੀਤੀ ਵੀ ਇੱਕ ਦਿਨ ਦਾ ਜਿਹੜਾ ਲੰਗਰ ਮੈਂ ਸਾਰਿਆਂ ਨੂੰ ਆਪ ਕਿਲੇ ਦੇ ਵਿੱਚ ਤਿਆਰ ਕਰਕੇ ਸੇਵਾ ਕਰਨੀ ਚਾਹੁੰਦਾ ਹਾਂ। ਕਰ ਬਾਇਸ ਬਰ ਸਵਾਦ ਆਹਾਰਾ। ਇਹਨੇ ਵੀ ਖੱਟ ਰਸੇ ਭੋਜਨ ਆਪਣੇ ਕਿਲੇ ਦੇ ਵਿੱਚ ਤਿਆਰ ਕਰਵਾ ਲਏ ਸੀ। ਮਦਰ ਸਨਿਗਧ ਪ੍ਰੇਮ ਤੇ ਕਰਿਓ। ਇਸੇ ਤਰ੍ਹਾਂ ਜਿਹੜੇ ਨੇ ਸਨਿਗਧ ਘਿਓ ਦੇ ਵਿੱਚ ਬਣੇ ਹੋਏ ਕੜਾਹ ਪ੍ਰਸ਼ਾਦ ਹੈ, ਖੀਰ ਹੈ, ਇਸੇ ਤਰ੍ਹਾਂ ਖੱਟ ਰਸੇ ਬੜੇ ਹੀ ਭੋਜਨ ਆਪਣੇ ਕਿਲੇ ਦੇ ਵਿੱਚ ਬਣਵਾ ਲਏ ਨੇ। ਬਰਿੰਦ ਨਰਨ ਮਿਲ ਤਿਆਰ ਸੋ ਧਰਿਓ। ਔਰ ਬਹੁਤ ਸਾਰੇ ਯੋਧੇ ਸੂਰਮੇ ਵੀ ਮਹਾਰਾਜ ਦੇ ਪਾਸ ਰਹਿੰਦੇ ਹਨ। ਰੋਜ਼ ਦੀ ਰੋਜ਼ ਸੰਗਤਾਂ ਵੀ ਪਿੰਡਾਂ ਨਗਰਾਂ ਦੇ ਵਿੱਚੋਂ ਚੱਲ ਕਰਕੇ ਆ ਜਾਂਦੀਆਂ ਸਨ।
ਇਸ ਕਰਕੇ ਡੱਲੇ ਚੌਧਰੀ ਨੇ ਸੋਚਿਆ ਵੀ ਹੁਣ ਤਾਂ ਬੜਾ ਖੁੱਲਾ ਡੁੱਲਾ ਜਿਹੜਾ ਗੁਰੂ ਕਾ ਲੰਗਰ ਤਿਆਰ ਕਰਵਾਉਣਾ ਪਏਗਾ। ਬਿਨੈ ਬਖਾਨ ਗਇਓ ਲੈ ਅੰਤਰ। ਉਹ ਸਮੇਂ ਦੀਨ ਦੁਨੀਆ ਦੇ ਮਾਲਕ ਨੂੰ ਵੀ ਬੇਨਤੀ ਕਰਕੇ ਭਾਈ ਡੱਲਾ ਚੌਧਰੀ ਆਪਣੇ ਕਿਲੇ ਦੇ ਵਿੱਚ ਲੈ ਗਿਆ ਸੀ। ਪੰਗਤ ਗਨ ਬੈਠਾਏ ਨਿਰੰਤਰ। ਉਸ ਥਾਂ ਤੇ ਸੰਗਤਾਂ ਦੀਆਂ ਜੋਧੇ ਸੂਰਮਿਆਂ ਦੀਆਂ ਲਹਿਦਾ ਜਿਹੜੀਆਂ ਪੰਗਤਾਂ ਲਗਾ ਦਿੱਤੀਆਂ ਹਨ। ਸਤਿਗੁਰ ਹਿਤ ਚੌਂਕੀ ਡਸਵਾਈ। ਸਤਿਗੁਰੂ ਜੀ ਦੇ ਲਈ ਇਹਨੇ ਬਹੁਤ ਸੁੰਦਰ ਇੱਕ ਚੌਂਕੀ ਤਿਆਰ ਕਰਵਾ ਦਿੱਤੀ ਹੈ। ਸਵੀਤ ਸੁਜਨ ਤੇ ਉਪਰ ਛਾਈ। ਉਸ ਚੌਂਕੀ ਦੇ ਉੱਪਰ ਇਹਨੇ ਬਹੁਤ ਸੋਹਣੀ ਨਵੀਂ ਚਿੱਟੇ ਰੰਗ ਦੀ ਚਾਦਰ ਵਿਛਾਈ ਹੋਈ ਸੀ। ਸਭ ਕੇ ਬੀਚ ਥਿਰੇ ਗੋਸਾਈ। ਦੇਨ ਦੁਨੀਆ ਦੇ ਮਾਲਕ ਸਤਿਗੁਰੂ ਜੀ ਸਾਰਿਆਂ ਦੇ ਵਿਚਕਾਰ ਉਸ ਚੌਂਕੀ ਦੇ ਉੱਪਰ ਸਜ ਗਏ ਨੇ। ਜੁਗ ਮਾਤਨ ਘਰ ਵਿਖੇ ਬਿਠਾਈ। ਇਸੇ ਤਰ੍ਹਾਂ ਦੋਵੇਂ ਮਾਤਾਵਾਂ ਨੂੰ ਵੀ ਲਹਿਦਾ ਇੱਕ ਬੜੀ ਸੋਹਣੀ ਜਗ੍ਹਾ ਤੇ ਬਿਠਾ ਦਿੱਤਾ ਸੀ। ਸਹਿਤ ਬਿਰਾੜ ਸਿੰਘ ਬੈਠਾਈ। ਜਿਹੜੇ ਬੈਰਾੜ ਜੋਧੇ ਸੂਰਮੇ ਸਾਰਿਆਂ ਦੀਆਂ ਵੱਡੀਆਂ ਵੱਡੀਆਂ ਜਿਹੜੀਆਂ ਪੰਗਤਾਂ ਲੱਗ ਗਈਆਂ ਸਨ। ਸਭ ਕੇ ਹਿਤ ਆਹਾਰ ਗਨ ਲਿਆਈ। ਉਸੇ ਬਾਤ ਜਿਹੜੇ ਸੀ ਇਹਦੇ ਨੌਕਰ ਸੇਵਾਦਾਰ ਉਹ ਰਲ ਮਿਲ ਕੇ ਨਾਨਾ ਪ੍ਰਕਾਰ ਦੇ ਜਿਹੜੇ ਪਦਾਰਥ ਸੰਗਤਾਂ ਦੇ ਵਿੱਚ ਵਰਤਾਉਣ ਲੱਗ ਪਏ ਨੇ। ਭਲੀ ਰੀਤ ਤੇ ਪਰਸਨ ਲਾਗੀ। ਚੰਗੀ ਤਰ੍ਹਾਂ ਬੜੇ ਸੁਚੱਜੇ ਢੰਗ ਦੇ ਨਾਲ ਜੋ ਵੀ ਚੀਜ਼ ਬਾਤੋਂ ਲੰਗਰ ਦੇ ਵਿੱਚ ਤਿਆਰ ਕੀਤੀ ਉਹਨੂੰ ਜਥਾ ਜੋਗ ਸਾਰਿਆਂ 'ਚ ਵਰਤਾਉਣ ਲੱਗ ਪਏ ਸੀ। ਥਾਲ ਵਿਸਾਲ ਕਿਰਪਾਲ ਸੋ ਆਗੀ। ਮਹਾਰਾਜ ਦੇ ਅੱਗੇ ਬਹੁਤ ਵੱਡਾ ਜਿਹੜਾ ਥਾਲ ਪਰੋਸ ਕਰਕੇ ਡੋਲੇ ਚੌਧਰੀ ਨੇ ਆਪ ਰੱਖਿਆ ਸੀ। ਤਿਮ ਅੰਤਰ ਜੁਗ ਥਾਲ ਪਹੁੰਚਾਈ। ਇਸੇ ਤਰ੍ਹਾਂ ਮਕਾਨ ਦੇ ਅੰਦਰਲੇ ਪਾਸੇ ਦੋ ਵੱਡੇ ਥਾਲ ਪਰੋਸ ਕੇ ਮਾਤਾਵਾਂ ਜੀ ਦੇ ਪਾਸ ਭੇਜ ਦਿੱਤੇ ਹਨ। ਦਾਸੀ ਬ੍ਰਿੰਦਨ ਲੀ ਕਰ ਖਾਈ। ਜਿਹੜੀਆਂ ਦਾਸੀਆਂ ਮਾਤਾਵਾਂ ਦੀ ਸੇਵਾ ਦੇ ਵਿੱਚ ਰਹਿਣ ਵਾਲੀਆਂ ਉਹਨਾਂ ਨੇ ਵੀ ਰੁਚੀ ਦੇ ਮੁਤਾਬਕ ਨਾਨਾ ਪ੍ਰਕਾਰ ਦੇ ਭੋਜਨ ਛਕੇ ਹਨ। ਜਥਾ ਜੋਗ ਸਭ ਕੋ ਤ੍ਰਿਪਤਾਇਓ। ਹੁਣ ਡੱਲੇ ਚੌਧਰੀ ਨੇ ਲੰਗਰ ਛਕਾ ਕਰਕੇ ਸਾਰਿਆਂ ਨੂੰ ਤ੍ਰਿਪਤ ਕਰ ਦਿੱਤਾ ਸੀ। ਖਰੀ ਹੋਈ ਕਰ ਚੁਰਾ ਪਠਾਇਓ। ਉਹ ਤੋਂ ਬਾਅਦ ਗੁਰ ਸਿੱਖਾਂ ਨੇ ਖੜਿਆ ਹੋ ਕਰਕੇ ਅਰਦਾਸ ਕਰ ਦਿੱਤੀ ਹੈ। ਇੱਕ ਤੁਰੰਗ ਬਹੁ ਮੋਲ ਦੁਸ਼ਾਲਾ। ਡੱਲੇ ਚੌਧਰੀ ਨੇ ਉਸ ਸਮੇਂ ਇੱਕ ਬਹੁਤ ਸੁੰਦਰ ਜਿਹੜਾ ਘੋੜਾ ਦੋ ਸਾਲਿਆਂ ਦੇ ਸਹਿਤ ਮਹਾਰਾਜ ਦੇ ਚਰਨਾਂ 'ਚ ਭੇਟਾ ਕੀਤਾ ਸੀ। ਭੇਟ ਰਜਤ ਪਨ ਛਤ ਤਿਸ ਕਾਲਾ। ਇਸੇ ਤਰ੍ਹਾਂ 100 ਰੁਪਈਆ ਬੜਾ ਸੁੰਦਰ ਦਸਾਲਾ ਘੋੜੇ ਦੇ ਸਮੇਤ ਇਹ ਜਿਹੜੀ ਭੇਟਾ ਮਹਾਰਾਜ ਦੇ ਅੱਗੇ ਅਰਪਣ ਕਰ ਦਿੱਤੀ ਹੈ। ਦੀਕਰ ਪ੍ਰਭ ਕੋ ਗਰੀਬ ਨਿਵਾਈ। ਉਸ ਸਮੇਂ ਇਹ ਜਿਹੜੀਆਂ ਵਸਤੂਆਂ ਅੱਗੇ ਰੱਖ ਕੇ ਇਹਨੇ ਮਹਾਰਾਜ ਦੇ ਅੱਗੇ ਆਪਣਾ ਅਸੀਸ ਝੁਕਾ ਦਿੱਤਾ ਸੀ। ਖੁਸ਼ੀ ਲੀਨ ਆਨੰਦ ਮਨ ਪਾਈ। ਸੇਵਾ ਕਰਦਿਆਂ ਹੁਣ ਢੱਲੇ ਚੌਧਰੀ ਨੇ ਵੀ ਬੜੀਆਂ ਖੁਸ਼ੀਆਂ ਹਾਸਲ ਕਰ ਲਈਆਂ ਹਨ। ਦਵੈ ਮਾਤਾ ਕੋ ਤੀਵਰ ਦੋਈ। ਉਸੇ ਤਰ੍ਹਾਂ ਜੋ ਦੋ ਜਿਹੜੇ ਤੇਵਰ ਬੜੇ ਮਹਿੰਗੇ ਵਸਤਰ ਦੇ ਉਹ ਮਾਤਾਵਾਂ ਦੇ ਅੱਗੇ ਜਾ ਕਰਕੇ ਭੇਟਾ ਕੀਤੇ ਸੀ। ਬਨੇ ਬਹੁਤ ਧਨ ਲਾਗੇ ਜੋਈ। ਹੁਣ ਜਿਹੜੇ ਇਹ ਜਨਾਨੇ ਵਸਤਰ ਵੀ ਬਹੁਤ ਸਾਰੀ ਮਾਇਆ ਖਰਚ ਕਰਕੇ ਢੱਲੇ ਚੌਧਰੀ ਨੇ ਤਿਆਰ ਕਰਵਾਏ ਸੀ। ਦੀਏ 50 ਰਜਤ ਪਨ ਤਬੈ। ਉਸ ਸਮੇਂ ਮਾਤਾਵਾਂ ਦੇ ਚਰਨਾਂ 'ਚ ਵੀ ਭਾਈ ਢੱਲੇ ਚੌਧਰੀ ਨੇ 50 ਦਮੜੇ ਆਪਣੇ ਵੱਲੋਂ ਭੇਟਾ ਕੀਤੇ ਸੀ। ਉਹਨਾਂ ਸਮਿਆਂ ਦੇ ਵਿੱਚ ਸਸਤੇ ਭਾਅ 50 ਰੁਪਈਏ ਵੀ ਜਿਹੜੇ ਅਰਪਣ ਕੀਤੇ ਹੋਏ ਲੱਖਾਂ ਦੇ ਸਮਾਨ ਹੋਇਆ ਕਰਦੇ ਸਨ। ਭਈ ਪ੍ਰਸੰਨ ਅਚਬ ਕਰ ਸਬੈ। ਸਾਰੇ ਪ੍ਰੇਮੀ ਲੰਗਰ ਪਾਣੀ ਛਕ ਕੇ ਕਿਲ੍ਹੇ ਦੇ ਵਿੱਚ ਬੜੇ
ਖੁਸ਼ ਹੋ ਗਏ ਨੇ। ਉਠ ਸਤਿਗੁਰ ਪਹੁੰਚੇ ਨਿਜ ਡੇਰੀ। ਉਹ ਤਰ੍ਹਾਂ ਸਤਿਗੁਰੂ ਜੀ ਵੀ ਲੰਗਰ ਪਾਣੀ ਛਕ ਕੇ ਆਪਣੇ ਡੇਰੇ ਦੇ ਵਿੱਚ ਪਹੁੰਚ ਗਏ ਹਨ। ਸਿੰਘ ਬਿਰਾੜ ਸਕਲ ਤਿਸ ਬੀਰੀ। ਜਿਹੜੇ ਬੈਰਾੜ ਗੌਰ ਸਿੱਖ ਇਹ ਹਮੇਸ਼ਾ ਵਾਸਤੇ ਸਤਿਗੁਰੂ ਜੀ ਦੇ ਚਰਨਾਂ 'ਚ ਹੀ ਰਿਹਾ ਕਰਦੇ ਸੀ। ਡੱਲੇ ਕੋ ਬਹੁ ਭਾਂਤ ਸਰਾਹ। ਜ਼ਿਆਦਾ ਸੂਰਮਿਆਂ ਗੌਰ ਸਿੱਖਾਂ ਨੇ ਡੱਲੇ ਚੌਧਰੀ ਦੀ ਬੜੀ ਤਾਰੀਫ ਕੀਤੀ ਹੈ। ਦੋਹਰਾ ਇਸੀ ਰੀਤ ਪ੍ਰਭ ਜੀ ਬਸੀ ਲਰਨ ਹੰਗਾਮਾ ਛੋੜ। ਹੁਣ ਸਤਿਗੁਰੂ ਜੀ ਨੇ ਜਿਹੜੇ ਵੱਡੇ ਵੱਡੇ ਪਹਿਲਾਂ ਭਿਆਨਕ ਜੰਗ ਕੀਤੇ ਸਨ ਉਹ ਹੁਣ ਜਿਹੜੇ ਖਿਆਲ ਛੱਡ ਦਿੱਤੇ ਨੇ। ਕਮਰ ਕਸਾ ਖੋਲਿਓ ਤੇਰੀ ਸੁਖ ਕੋ ਲਹਿ ਸਭ ਔਰ। ਮਹਾਰਾਜ ਨੇ ਸਾਬੋ ਕੀ ਤਲਵੰਡੀ ਦੇ ਵਿੱਚ ਆ ਕਰਕੇ ਆਪਣਾ ਜਿਹੜਾ ਹੈ ਕਮਰ ਕਸਾ ਲੱਕ ਦੇ ਨਾਲੋਂ ਖੋਲ ਕੇ ਜਦੋਂ ਇੱਥੇ ਆਰਾਮ ਕੀਤਾ ਸੀ। ਚੌਪਈ ਨਾਮ ਦਮਦਮਾ ਤਿਸ ਕੋ ਧਰਿਓ। ਸਤਿਗੁਰੂ ਜੀ ਨੇ ਵੱਡੇ ਵੱਡੇ ਜੰਗ ਕਰਨ ਤੋਂ ਬਾਅਦ ਜਦੋਂ ਇਸ ਧਰਤੀ ਦੇ ਉੱਪਰ ਆ ਕਰਕੇ ਹੀ ਦਮ ਲਿਆ ਸੀ, ਇਸ ਕਰਕੇ ਇਸ ਸਥਾਨ ਦਾ ਨਾਮ ਦਸ਼ਮੇਸ਼ ਪਿਤਾ ਨੇ ਆਪਣੀ ਰਸਨਾ ਤੋਂ ਦਮਦਮਾ ਸਾਹਿਬ ਰੱਖ ਦਿੱਤਾ ਹੈ। ਭਈ ਨਚਿੰਤ ਰਿਪਨ ਬਲ ਹਰਿਓ। ਹੁਣ ਉਹਨਾਂ ਜ਼ਾਲਮਾਂ ਪਾਪੀਆਂ ਦਾ ਬਲ ਜ਼ੋਰ ਸਾਰਾ ਹੀ ਮਹਾਰਾਜ ਨੇ ਨਾਸ ਕਰ ਦਿੱਤਾ ਹੈ। ਪਸਰੀ ਸੁਧ ਸਭ ਦੇਸ਼ ਵਿਦੇਸ਼। ਇਹ ਜਿਹੜੀ ਖਬਰ ਸਤਿਗੁਰੂ ਜੀ ਦੀ ਸਾਬੋ ਕੀ ਤਲਵੰਡੀ ਦੇ ਵਿੱਚ ਆਉਣ ਦੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਫੈਲ ਚੁੱਕੀ ਹੈ। ਆਵਨ ਸੰਗਤ ਲੱਗੀ ਹਮੇਸ਼। ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫਿਰ ਬੜੇ ਮਾਈ ਔਰ ਭਾਈ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਉਣ ਲੱਗ ਪਏ ਹਨ। ਹਰ ਭਾ ਕੋਰਨ ਦਰਸ਼ਨ ਕਰੇ। ਜਥਾ ਜੋਗ ਭੇਟਾ ਮਹਾਰਾਜ ਦੇ ਅੱਗੇ ਰੱਖ ਕਰਕੇ ਫਿਰ ਨੂਰਾਨੀ ਚਿਹਰੇ ਦਾ ਦਰਸ਼ਨ ਕਰਦੇ ਹਨ। ਮਨੋ ਕਾਮਨਾ ਤੋਰਨ ਪੁਰੈ। ਸਾਰਿਆਂ ਦੀਆਂ ਜਿਹੜੀਆਂ ਮਨੋ ਕਾਮਨਾ ਸਤਿਗੁਰੂ ਜੀ ਦ੍ਰਿਸ਼ਟੀ ਪਾ ਕੇ ਪੂਰੀਆਂ ਕਰ ਦਿੰਦੇ ਸੀ। ਲਗੈ ਦੀਵਾਨ ਸ਼ਬਦ ਕੋ ਗਾਵਹਿ। ਸੰਗਤਾਂ ਦੇ ਵਿੱਚ ਆਉਣ ਦਸ਼ਮੇਸ਼ ਪਿਤਾ ਨੇ ਪਹਿਲਾਂ ਦੇ ਸਮਾਨ ਬੜੇ ਸੁੰਦਰ ਰੂਹਾਨੀ ਦੀਵਾਨ ਸਜਾਉਣੇ ਸ਼ੁਰੂ ਕਰ ਦਿੱਤੇ ਹਨ। ਪ੍ਰੇਮੀ ਸਿੰਘ ਹਜ਼ਾਰੋਂ ਆਵਹਿ। ਪ੍ਰੇਮੀ ਸਿੰਘ ਜਿਹੜੇ ਨਾ ਪ੍ਰੇਮ ਵਾਲੇ ਗੁਰੂ ਕੇ ਪਿਆਰੇ ਉਹ ਵੀ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਉਣ ਲੱਗ ਪਏ ਹਨ। ਸ਼੍ਰੀ ਪ੍ਰਭ ਚੜ ਅਖੀਰ ਕੋ ਚਾਲੀ। ਜਦੋਂ ਕਿਤੇ ਸਤਿਗੁਰੂ ਜੀ ਦੀ ਹੁੰਦੀ ਆ ਮੌਜ ਫਿਰ ਘੋੜੇ ਤੇ ਸਵਾਰ ਹੋ ਕੇ ਸ਼ਿਕਾਰ ਖੇਡਣ ਵਾਸਤੇ ਚੱਲ ਪੈਂਦੇ ਹਨ। ਸੰਗੀ ਸਿੰਘ ਅਰੂੜਤ ਜਾਲੀ। ਜ਼ਿਆਦਾ ਸੂਰਮੇ ਉਹ ਆਪੋ ਆਪਣੇ ਘੋੜਿਆਂ ਤੇ ਸਵਾਰ ਹੋ ਜਾਂਦੇ ਸੀ। ਜਬ ਡੇਰੇ ਤੇ ਨਿਕਸਨ ਲਾਗੀ। ਹੁਣ ਜਦੋਂ ਸਤਿਗੁਰੂ ਜੀ ਆਪਣੇ ਡੇਰੇ ਚੋਂ ਸ਼ਿਕਾਰ ਖੇਡਣ ਦੇ ਲਈ ਬਾਹਰ ਹੀ ਨਿਕਲਣ ਲੱਗੇ ਸਨ। ਕਹਿਓ ਸਦ ਇੱਕ ਇਸਤਰੀ ਆਗੀ। ਉਸ ਸਮੇਂ ਇੱਕ ਮਾਤਾ ਸਤਿਗੁਰੂ ਜੀ ਦੇ ਅੱਗੇ ਆ ਕੇ ਸੱਦ ਜਿਹੜੀ ਗਾਉਣ ਲੱਗ ਪਈ ਹੈ। ਬਿਨੈ ਕਰੇਂਦੀ ਵੋ ਸਤਿਗੁਰ ਗੋਬਿੰਦ ਸਿੰਘ ਅੱਗੀ। ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੈਂ ਆਪ ਦੇ ਅੱਗੇ ਬਾਰ-ਬਾਰ ਬੇਨਤੀਆਂ ਕਰਦੀਆਂ, ਬਾਰ-ਬਾਰ ਹੱਥ ਜੋੜਦੀਆਂ। ਸੋਹਣੀ ਦਾੜੀ ਬੀਬੀ ਪੱਗੀ। ਸੱਚੇ ਪਾਤਸ਼ਾਹ ਆਪ ਦੀ ਇਹੋ ਜੀ ਸੁੰਦਰ ਦਸਤਾਰ ਦੇ ਕਰਕੇ ਪ੍ਰੇਮੀਆਂ ਦੇ ਮਨ ਦੇ ਵਿੱਚ ਬੜਾ ਆਨੰਦ ਪੈਦਾ ਹੋ ਜਾਂਦਾ ਹੈ। ਗੋਤ ਬੜਾਇਚ ਪਿੰਡ ਹੈ ਚੱਬੀ। ਮੇਰਾ ਜਿਹੜਾ ਗੋਤ ਉਹ ਤਾਂ ਹੈਗਾ ਬੜਾਏ 'ਚ, ਮੈਂ ਚੱਬੇ ਪਿੰਡ ਦੇ ਵਿੱਚ ਬਸਣ ਵਾਲੀ ਹਾਂ। ਖਾਲੀ ਚੱਲੀ ਜੇ ਇੱਕ ਫਲ ਲੱਗੀ। ਗਰੀਬਾਂ ਨਵਾਜ਼ ਸੱਚੇ ਪਾਤਸ਼ਾਹ ਵੀ ਆ ਦੁਨੀਆ 'ਚੋਂ ਮੈਂ ਖਾਲੀ ਜਾ ਰਹੀ ਹਾਂ। ਜੇ ਆਪ ਦੀ ਹੋ ਗਈ ਕਿਰਪਾ ਰਹਿਮਤ ਫਿਰ ਮੈਨੂੰ ਵੀ ਹੋ ਜਾ ਕੋਈ ਨਾ ਕੋਈ ਫਲ ਜ਼ਰੂਰ ਆਪ ਦੇ ਪਾਸੋਂ ਪ੍ਰਾਪਤ ਹੋ ਜਾਣਾ। ਹੁਣ ਮੈਂ ਤਾਂ ਹੋਰਨਾਂ ਪਾਸਿਆਂ ਤੋਂ ਬਿਲਕੁਲ ਜਿਹੜੀਆਂ ਆਸਾਂ ਹੀ ਮੇਟ ਦਿੱਤੀਆਂ
ਜੈ ਆਪ ਦੇ ਦਰ ਤੋਂ ਵੀ ਇਹ ਮੇਰੇ ਮਨ ਦੀ ਭਾਵਨਾ ਪੂਰੀ ਨਾ ਹੋਈ, ਫਿਰ ਸੱਚੇ ਪਾਤਸ਼ਾਹ ਜੋ ਮੈਂ ਸੋਚ ਲਿਆ ਵੀ ਮੈਂ ਤਾਂ ਹੁਣ ਇਸੇ ਤਰ੍ਹਾਂ ਦੁਨੀਆ ਦੇ ਵਿੱਚੋਂ ਖਾਲੀ ਹੀ ਚਲੇ ਜਾਣਾ ਹੈ। ਸੁਨ ਸਾਹਿਬ ਤਿਸ ਕੀ ਦਿਸ਼ ਹੀਰ। ਜਦੋਂ ਇਹ ਸਦ ਮਾਤਾ ਨੇ ਆ ਕਰਕੇ ਮਹਾਰਾਜ ਦੇ ਅੱਗੇ ਪੜ੍ਹਨੀ ਕੀਤੀ, ਉਸ ਸਮੇਂ ਸਤਿਗੁਰੂ ਜੀ ਦਾ ਧਿਆਨ ਵੀ ਇਸ ਮਾਤਾ ਦੇ ਵੱਲ ਚਲਿਆ ਗਿਆ ਸੀ। ਮੁਸ਼ਕਾਨੇ ਭਾਖਿਓ ਕਹੋ ਪੀਰ। ਸਤਿਗੁਰੂ ਜੀ ਆਪਣੇ ਨੂਰਾਨੀ ਚਿਹਰੇ ਤੋਂ ਮੁਸਕਰਾਉਂਦਿਆਂ ਹੋਇਆ ਕਹਿਣ ਲੱਗੇ, ਮਾਤਾ ਵੀ ਇਹ ਸਾਦਾ ਸਾਨੂੰ ਤੇਰੀ ਬਹੁਤ ਮਨ ਦੇ ਵਿੱਚ ਚੰਗੀ ਲੱਗਦੀ ਹੈ, ਇੱਕ ਵਾਰੀ ਹੋਰ ਪੜ੍ਹ ਕੇ ਸੁਣਾ। ਸਤਿਗੁਰੂ ਜੀ ਨੇ ਫਿਰ ਉਹ ਜਿਹੜਾ ਸਦ ਦੁਬਾਰਾ ਸੁਣਨ ਦੇ ਲਈ ਹੁਕਮ ਕਰ ਦਿੱਤਾ ਸੀ। ਇਸਤਰੀ ਸੁਣ ਕਰ ਬਹੁਰ ਉਚਾਰਾ। ਹੁਣ ਇਸ ਮਾਤਾ ਨੇ ਮਹਾਰਾਜ ਦੇ ਬਚਨ ਸੁਣ ਕਰਕੇ ਫਿਰ ਉਹ ਜਿਹੜੀ ਸਦ ਆਪਣੀ ਰਸਨਾ ਤੋਂ ਪੜ੍ਹ ਕੇ ਸਾਹਮਣੇ ਸੁਣਾ ਦਿੱਤੀ ਹੈ। ਪੂਰਬ ਗਾਵਿਓ ਜਿਸੀ ਪ੍ਰਕਾਰਾ। ਵੀ ਜਿਸ ਤਰ੍ਹਾਂ ਇਹਨਾਂ ਨੇ ਪਹਿਲਾਂ ਇੱਕ ਬੜੇ ਰੰਗ ਦੇ ਵਿੱਚ ਆ ਕੇ ਇਹ ਵਚਨ ਸਤਿਗੁਰੂ ਜੀ ਦੇ ਅੱਗੇ ਉਚਾਰਨ ਕੀਤੇ ਸੀ। ਬੋਝੀ ਪ੍ਰਭੂ ਕਹਾਂ ਤੇ ਆਈ। ਉਹ ਸਮੇਂ ਸਰਬਾਗਾ ਅੰਤਰਜਾਮੀ ਸਤਿਗੁਰੂ ਜੀ ਪੁੱਛਣ ਲੱਗੇ, ਮਾਤਾ ਵੀ ਇਉਂ ਦੱਸ ਤੂੰ ਕਿਹੜੇ ਇਲਾਕੇ ਚੋਂ ਚੱਲ ਕੇ ਸਾਡੇ ਪਾਸ ਪਹੁੰਚੀ ਹੈ? ਕੌਣ ਦੇਸ਼ ਕਿਸ ਗ੍ਰਾਮ ਬਸਾਈ। ਤੈਂ ਆਪਣੇ ਜਿਹੜੇ ਘਰ-ਬਾਰ ਕਿਹੜੇ ਸ਼ਹਿਰ ਜਾਂ ਫਿਰ ਕਿਹੜੇ ਨਗਰ ਦੇ ਵਿੱਚ ਬਣਾਏ ਹੋਏ ਹਨ। ਹੁਣ ਜਿਸ ਪ੍ਰਕਾਰ ਸਤਿਗੁਰੂ ਜੀ ਨੇ ਇਹਦੇ ਮਨ ਦੀ ਭਾਵਨਾ ਪੂਰਨ ਕਰਨੀ ਹੈ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ 'ਤੇ ਵਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜਭਾਗੇ ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਬੂਝੀ ਪ੍ਰਭੂ ਕਹਾਂ ਤੇ ਆਈ। ਕੌਣ ਦੇਸ਼ ਕਿਸ ਗ੍ਰਾਮ ਬਸਾਈ। ਬੂਝੀ ਪ੍ਰਭੂ ਕਹਾਂ ਤੇ ਆਈ। ਕੌਣ ਦੇਸ਼ ਕਿਸ ਗ੍ਰਾਮ ਬਸਾਈ। ਚੌਥੇ ਪਾਰ ਬ੍ਰਹਮਾ ਅਵਨਾਸੀ ਅਗਨਾਸ।